आ गए तो असी दिल्ली जवान हुंदी विआहण आउणे आ ते आ विआह के लै चले ते साडे ये भी रीत है भी मकलावा असी नाल दा ही लैने आ। एक चैनल ने दिखाया भी ये तो खालिस्तान मूवमेंट है, एक ने चलाता भी ये तो मोदी नूं मारन दीयां गल्लां करदे आ, फलाना ढिमका है, तो उन्हां नूं शर्म आउणी चाहीदी है। थोड़ी तो मेरी रोटी भी बंद है जे किसान नहीं रहूगा तो याद रखिए आपां आ जिहड़े माइक मुइक आपां हत्थ 'च फड़े आ किसी काम दे नहीं रह जाने। कल मुंडे इत्थे कही जांदे सी भी जे हरियाणा साडे नाल ऐ तुरूगा ना असीं आपदा पानी भी दे दांगे यार इन्हां नूं। कल असी बंदे उत्थे फड़े गए जिन्हां ने परने बन्ने सीगे, खट्टे परने सीगे, पर वो बंदे बाहर दे सीगे, भज गए। वो कल रात नूं इत्थे फड़े। जे कोई सानू ये कहंदा भी तुसी बायस्ड हो, तुसी सही पत्रकारी नहीं कर रहे, सानू ये कहाउणा मंजूर है, पर असी पंजाब ते पंजाब दे किसान नाल खड़ांगे क्योंकि ये गल साडियां आपदियां वट्टां दी है ते असी आपदियां वट्टां ते बगाना पैर धरन नहीं देना। सत श्री अकाल जी, तुसीं देख रहे हो RMB ਟੈਲੀਵਿਜ਼ਨ। मैं रतनदीप सिंह धालीवाल। ਅਸੀਂ ਅੱਜ ਮੌਜੂਦ ਹਾਂ ਕੁੰਡਲੀ ਬਾਰਡਰ। ਪਹਿਲਾਂ ਅਸੀਂ ਟਿਕਰੀ ਬਾਰਡਰ ਮੌਜੂਦ ਸੀ। ਐਜੀਟੇਸ਼ਨ ਚੱਲ ਰਿਹਾ ਹੈਗਾ, ਲੰਬਾ ਐਜੀਟੇਸ਼ਨ ਪਹਿਲਾਂ 3 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ ਸੀ, ਪਰ ਜਿਹੜਾ ਇੱਥੇ ਮਾਹੌਲ ਬਣਿਆ ਹੈਗਾ ਇਸ ਮਾਹੌਲ ਦੇ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਹੋਰ ਵੀ ਗੱਲਾਂ ਜਾਣਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ। ਮੱਕੜ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। बहुत शुक्रिया रतन जी, बहुत धन्यवाद तुहाडा। ਜੀ ਕਾਫੀ ਲੰਬਾ ਤੁਹਾਡਾ ਐਕਸਪੀਰੀਅੰਸ ਆ ਆਪਣੇ ਵਾਲੇ ਕਿੱਤੇ ਦੇ ਵਿੱਚ। ਇੱਦਾਂ ਦੇ ਅੰਦੋਲਨ ਤੁਸੀਂ ਪਹਿਲਾਂ ਵੀ ਦੇਖੇ ਹੋਣਗੇ, ਪਰ ਇਹ ਕੁਛ ਚੀਜ਼ ਵੱਖਰੀ ਆ, ਮੰਨਦੇ ਹੋ? ਇੱਦਾਂ ਦਾ ਅੰਦੋਲਨ ਮੈਂ ਨਹੀਂ ਦੇਖਿਆ ਪਹਿਲਾਂ। ਇਹ ਅੰਦੋਲਨ ਮੇਰੇ ਖਿਆਲ ਨਾਲ ਪਿਛਲੀਆਂ ਕਈ ਪੀੜ੍ਹੀਆਂ ਨੇ ਨਹੀਂ ਦੇਖਿਆ ਹੋਣਾ। ਔਰ ਜੋ ਮਾਹੌਲ ਬਣਿਆ, ਜਿਸ ਤਰ੍ਹਾਂ ਬੈਰੀਗੇਡ ਤੋੜੇ, ਜੋ ਨੌਜਵਾਨਾਂ ਨੇ ਮੂਹਰੇ ਲੱਗ ਕੇ, ਤੁਸੀਂ ਇੱਕ ਗੱਲ ਨੂੰ ਦੇਖੋ, ਬੜਾ ਵਧੀਆ ਮੈਨੂੰ ਲੱਗਿਆ। ਹੁਣ ਇੱਕ ਨੌਜਵਾਨ ਨਾਲ ਮੈਂ ਗੱਲ ਕਰ ਰਿਹਾ ਸੀਗਾ, ਜਦੋਂ ਉੱਥੋਂ ਤੁਰੇ ਆ, ਜਿਵੇਂ ਫੌਜਾਂ ਦੀ ਲਾਮਬੰਦੀ ਹੁੰਦੀ ਸੀ ਨਾ, ਬਾਬੇ ਬਘੇਲ ਸਿੰਘ ਹੋਣੇ ਜਦੋਂ ਕਹਿੰਦੇ ਦਿੱਲੀ ਆਏ ਤੇ ਜਦੋਂ ਕਬਜ਼ਾ ਕੀਤਾ ਤਾਂ ਉਹ ਫੌਜ ਦੀ ਇੱਕ ਲਾਮਬੰਦੀ ਤੇ ਉਹਦੀ ਪਲੈਨਿੰਗ ਹੁੰਦੀ ਸੀ ਵੀ ਮੂਹਰੇ ਕਿਹਨੂੰ ਰੱਖਣਾ, ਘੋੜਿਆਂ ਨੂੰ ਕਿੱਥੇ ਰੱਖਣਾ, ਹਾਥੀ ਵਾਲਿਆਂ ਨੂੰ ਕਿੱਥੇ ਰੱਖਣਾ, ਤੇ ਫਿਰ ਜਿਹੜੇ 1 to 1 ਲੜਦੇ ਆ। ਉਸ ਤਰੀਕੇ ਦੀ ਅਨਆਰਗੇਨਾਈਜ਼ਡ ਜ਼ਰੂਰ ਸੀਗੀ। ਇਹ ਨਹੀਂ ਮੈਂ ਕਹਿੰਦਾ ਵੀ ਕਿਸੇ ਨੇ ਆਰਗੇਨਾਈਜ਼ ਕੀਤਾ ਤੇ ਉਹ ਪਲੈਨਿੰਗ ਹੋਈ, ਪਰ ਆਪਣੇ ਨੌਜਵਾਨ ਮੂਹਰੇ ਲੱਗੇ ਔਰ ਸਿਆਣੇ ਬੰਦੇ ਸੀਗੇ ਜਿਹੜੇ, ਉਹਨਾਂ ਦਾ ਸਾਥ ਨਾਲ ਸੀਗਾ। ਬੱਚੇ ਤੇ ਬੀਬੀਆਂ ਵੀ ਨਾਲ ਆਈਆਂ। ਤੁਸੀਂ ਦੇਖੋ ਪਿੱਛੇ ਲੰਗਰ ਜਿਹੜੇ ਬਣੀ ਜਾਂਦੇ ਆ, ਬੀਬੀਆਂ, ਜੇ ਤੁਸੀਂ ਪਿੱਛੇ ਗੀੜਾ ਲਾ ਕੇ ਆਏ ਹੋ, ਘੱਟੋ ਘੱਟ 15-20 ਕਿਲੋਮੀਟਰ ਦੂਰ ਜੇ ਜਾਓਗੇ ਤਾਂ ਵੱਡੇ ਤਵੇ, ਜਿਹੜੇ ਤਵੀਆਂ ਹੁੰਦੀਆਂ, ਉਹ ਲੈ ਕੇ ਆਏ ਆ। ਮਿੱਟੀ ਪੱਟ ਕੇ ਟੋਇਆ ਤੇ ਥੱਲੇ ਬਾਲਣ ਲਾ ਕੇ ਤੇ ਤਵੀਆਂ ਲੱਗੀਆਂ ਤੇ ਬੀਬੀਆਂ ਲੰਗਰ ਪਕਾਉਂਦੀਆਂ, ਵਿੱਚ ਸਾਰੇ ਲੰਗਰ ਤਿਆਰ ਹੋਈ ਜਾਂਦੇ ਆ। ਤਾਂ ਇਹ ਸਾਰੀ ਜਿਹੜੀ ਲਾਮਬੰਦੀ ਹੋਈ, ਨੌਜਵਾਨ ਉੱਥੋਂ ਜਦੋਂ ਤੁਰੇ, ਅੜੇ, ਬੈਰੀਗੇਡ ਤੋੜੇ ਔਰ ਇੱਥੋਂ ਤਾਈਂ ਪਹੁੰਚੇ। ਔਰ ਇੱਥੇ ਆ ਕੇ ਉਹਨਾਂ ਨੇ ਆਪਦੇ ਵੱਡਿਆਂ ਨੂੰ, ਜਥੇਬੰਦੀ ਦੇ ਜਿਹੜੇ ਚੀਫ ਨੇ, ਜਿਹੜੇ ਜਥੇਬੰਦੀਆਂ ਦੇ ਹੈੱਡ ਨੇ ਜਾਂ ਜਿਹੜੇ ਪ੍ਰਧਾਨ ਨੇ, ਉਹਨਾਂ ਨੂੰ ਐਜੀਟੇਸ਼ਨ ਸਮਰਪਿਤ ਕਰਤਾ। ਤੁਸੀਂ ਦੇਖੋ ਨਾ ਕਿੰਨੀ ਖੂਬਸੂਰਤ ਗੱਲ ਹੈ ਇਹ, ਕਿ ਜਦੋਂ ਲੜਨ ਦਾ ਟਾਈਮ ਆਇਆ, ਜਦੋਂ ਅੜਨ ਦਾ ਟਾਈਮ ਆਇਆ, ਜਦੋਂ ਰੇਤੇ ਦੇ ਭਰੇ ਭਰੇ ਟਰਾਲੇ, ਜਿਹੜੇ ਘੋੜੇ ਜਿਨ੍ਹਾਂ ਨੂੰ ਕਹਿ ਦਿੰਦੇ ਆ, ਉਹ ਖੜੇ ਕਰਤੇ ਵਿਚਾਲੇ ਔਰ ਉਹਨਾਂ ਨੇ ਧੂ ਕੇ ਪਾਸੇ ਕਰਤੇ ਨੌਜਵਾਨਾਂ ਨੇ। ਜਦੋਂ ਇੱਥੋਂ ਤਾਈਂ ਪਹੁੰਚੇ, ਫਿਰ ਜਦੋਂ ਇੱਥੇ ਆ ਕੇ ਕਿਲੇ ਦੇ ਬਾਹਰ ਐ ਜੰਗਾਂ ਐ ਹੁੰਦੀਆਂ ਸੀ ਨਾ, ਕਿਲਿਆਂ ਦੇ ਬਾਹਰ ਖੜ ਜਾਈਦਾ ਸੀ ਤੇ ਫਿਰ ਅਗਲੀ ਵਿਉਂਤਬੰਦੀ ਹੁੰਦੀ ਸੀ। ਤਾਂ ਫਿਰ ਆਪਣੇ ਜਿਹੜੇ ਸਿਆਣੇ ਬੰਦੇ ਸੀਗੇ, ਜਿਹੜੇ ਆਪਣੇ ਬਜ਼ੁਰਗ ਨੇ, ਜਿਹੜੇ ਆਪਾਂ ਨੂੰ ਸੇਧ ਦਿੰਦੇ ਆਏ ਆ, ਉਹਨਾਂ ਨੂੰ ਫਿਰ ਸਟੇਜ ਤੇ ਬਾਤਾ ਤੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਅਗਲੀ ਰਣਨੀਤੀ ਤਿਆਰ ਕਰ ਲਓ ਜੇ ਤੁਸੀਂ ਕਹੋਗੇ। ਇੱਥੇ ਮੈਂ ਤੁਹਾਨੂੰ ਦੱਸਦਾ, ਜਿਹੜਾ ਇਸ ਬਾਰਡਰ ਦੇ ਉੱਤੇ ਜਾਂ ਬਾਕੀ ਬਾਰਡਰਾਂ ਤੇ ਜਿਹੜੇ ਬੈਠੇ ਆ, ਇਹ ਨਹੀਂ ਹੈ ਕਿ ਉਹ ਸਟਰੋਂਗ ਇੰਨੇ ਅੱਗੋਂ ਕਿ ਜਿਹੜਾ ਉੱਥੇ ਕੋਈ ਫੋਰਸ ਇੰਨੀ ਸਟਰੋਂਗ ਲੱਗੀ ਹੈ ਵੀ ਨੌਜਵਾਨ ਅੱਗੇ ਜਾ ਨਹੀਂ ਪਾ ਰਹੇ। ਉਹ ਇਹ ਹੈ ਵੀ ਇਹ ਡੈਲੀਬਰੇਟਲੀ ਆਪ ਬੈਠੇ ਆ ਇੱਥੇ। ਜੇ ਸਵੇਰੇ ਗਾਂ ਇਹਨਾਂ ਨੇ ਟੱਪਣਾ ਹੋਵੇ ਤੇ ਪੱਟ ਪੁੱਟ ਕੇ ਪਰਾਂ ਮਾਰਨਗੇ, ਇਹ ਮਿੰਟ 10 ਲੱਗਣੇ ਆ। ਤੇ ਐਡੇ ਸਦਕੀ ਆ, ਤੁਸੀਂ ਇਹ ਦੇਖੋ, ਜਿਹੜੀਆਂ ਪਾਣੀ ਦੀਆਂ ਵਿਛਾੜਾਂ ਇਹ ਪਾਉਂਦੇ ਸੀ, ਜਿਹਦੇ ਨਾਲ ਇਹ ਲੀਡਰਾਂ ਨੂੰ ਭਜਾਉਂਦੇ ਆਏ ਆ। ਦਰਅਸਲ ਹੁਣ ਤਾਈਂ ਆਪਾਂ ਰੈਲੀਆਂ ਕਵਰ ਕਰਨ, ਆਪਾਂ ਐਜੀਟੇਸ਼ਨ ਪੋਲੀਟੀਕਲ ਪਾਰਟੀਆਂ ਦੇ ਜਾਂਦੇ ਸੀ ਨਾ ਕਵਰ ਕਰਨ, ਉੱਥੇ ਜਾ ਕੇ ਦੇਖੀਦਾ ਸੀ ਉਹ ਆਉਂਦੇ ਸੀਗੇ, ਉਹਨਾਂ ਦੇ ਨਾਲ ਜਿਹੜੀ ਪਾਰਟੀ ਦੇ ਬੰਦੇ ਉਸ ਰੰਗ ਦੀਆਂ ਪੱਗਾਂ ਬੰਨ੍ਹ ਕੇ ਆ ਜਾਂਦੇ, ਨੀਲੇ ਵਾਲੀਆਂ ਨੀਲੀਆਂ ਤੇ ਚਿੱਟੇ ਵਾਲੀਆਂ ਚਿੱਟੀਆਂ, ਤੇ ਉਦੋਂ ਬਾਅਦ ਹੇ ਹੌਲਾ ਰੱਲਾ ਪਾਇਆ। ਆ 4 ਬੈਰੀਗੇਟਾਂ ਦੇ ਤਾਂ ਟੱਪ ਕੇ ਫੋਟੋ ਖਿਚਾਉਂਦੇ ਸੀਗੇ। ਉਧਰੋਂ ਪਾਣੀ ਦੀ ਵਿਛਾੜ ਵੱਜਦੀ ਸੀ, ਉਹਨਾਂ ਦਾ ਲੀਡਰ ਗ੍ਰਿਫਤਾਰ ਹੋ ਜਾਂਦਾ ਸੀ ਤੇ ਚੱਲ ਮੇਰੇ ਭਾਈ ਕੰਮ ਹੋ ਜਾਂਦਾ ਸੀ। ਇਹ ਸ਼ਾਇਦ ਸਰਕਾਰ ਨੂੰ ਲੱਗਿਆ ਐਤਕੀ ਵੀ ਉਹੀ ਕੰਮ ਹੋਊਗਾ ਵੀ ਇਹ ਕਿਤੇ ਅੰਦਰ ਅੰਦਰ ਕਰ ਦਿਆਂਗੇ, ਮੁੰਡੇ ਵਾਪਸ ਭੱਜ ਜਾਣਗੇ। ਉਹਨਾਂ ਨੇ ਨੱਕੇ ਮੋੜਨ ਵਾਲੇ ਪਿਓ ਦੇ ਪੁੱਤਾਂ ਨੇ ਚੱਕ ਕੇ
ਜਿਹੜੀਆਂ ਵਾਟਰ ਕੈਨਨ ਵਾਲੀਆਂ ਧਾਰਾਂ ਸੀਗੀਆਂ ਪੁੱਠੀਆਂ ਮੋੜ ਕੇ ਦਿੱਲੀ ਕੰਨੀ ਕਰਤੀਆਂ ਤੇ ਦੱਸਤਾ ਵੀ ਭਾਈ ਆ ਗਏ ਤੇ ਅਸੀਂ ਦਿੱਲੀ ਜਵਾਨ ਹੁੰਦੀ ਵਿਆਹਣ ਆਉਨੇ ਆ ਤੇ ਆ ਵਿਆਹ ਕੇ ਲੈ ਚੱਲੇ ਆ ਤੇ ਸਾਡੇ ਇਹ ਵੀ ਰੀਤ ਹੈ ਵੀ ਮਕਲਾਵਾ ਅਸੀਂ ਨਾਲ ਦਾ ਹੀ ਲੈਨੇ ਆ ਤੇ ਮਕਲਾਵਾ ਇੱਥੋਂ ਲੈ ਕੇ ਜਾਣਾ ਐਤਕੀ। ਜੇ ਆਪਾਂ ਗੱਲ ਕਰਦੇ ਹਾਂ ਸਿੰਧ ਦੀ, ਸਿੰਧਾਂ ਬੜੀਆਂ ਲੱਗਦੀਆਂ ਗਈਆਂ ਸੀ। 2 ਦਿਨਾਂ ਤੋਂ ਟਿੱਕਰੀ ਬਾਰਡਰ ਸੀ, ਉੱਥੇ ਵੀ ਬੜੇ ਪੱਥਰ ਚੱਲ ਰਹੇ ਸੀ, ਪੱਥਰ ਕੋਈ ਮਾਰ ਜਾਂਦਾ ਸੀ, ਬੰਦੇ ਦਾ ਪਤਾ ਨਹੀਂ ਲੱਗਦਾ ਸੀ। ਜਿਹੜੀ ਸਿੰਧ ਵਾਲਾ ਕੰਮ ਆ ਆਗੂਆਂ ਤੱਕ ਵੀ ਪਹੁੰਚ ਹੋਣੀ ਚਾਲੂ ਹੋ ਗਈ ਆ, ਸਾਡੇ ਸੋਰਸਾਂ ਤੋਂ ਪਤਾ ਲੱਗਿਆਗਾ। ਤੁਹਾਨੂੰ ਕੀ ਲੱਗਦਾਗਾ ਵੀ ਜਿਹੜਾ ਇਹ ਮੋਰਚਾ ਗਾ ਲੱਗੂਗੀ ਸਿੰਧ ਕੇ ਨੌਜਵਾਨ ਇਦਾਂ ਹੀ ਡਟੇ ਰਹਿਣਗੇ, ਬਜ਼ੁਰਗ ਡਟੇ ਰਹਿਣਗੇ? ਰਤਨ, ਇਸ 'ਚ ਕੋਈ ਡਾਊਟ ਨਹੀਂ ਵੀ ਕਈ ਤਰ੍ਹਾਂ ਦੇ ਸੰਨ ਲੱਗਦੇ ਹੈ। ਸੰਨ ਤਾਂ ਜਿਹੜੀ ਸਰਕਾਰ ਹੈ ਉਹਨੇ ਲਾਉਣਾ ਹੀ ਹੈ, ਐਜੀਟੇਸ਼ਨ ਨੂੰ ਕਮਜ਼ੋਰ ਕਰਨਾ ਉਹਨਾਂ ਦੀ ਪਲੈਨਿੰਗ ਵੀ ਹੈ। ਜੇ ਇੱਧਰੋਂ ਪਲੈਨਿੰਗ ਹੈ ਤਾਂ ਉਹਨਾਂ ਦੀ ਵੀ ਪਲੈਨਿੰਗ ਹੁੰਦੀ ਹੈ। ਉਹ ਕਈ ਤਰ੍ਹਾਂ ਦੀ ਵਿਉਂਤਬੰਦੀ ਹੈ। ਇੱਕ ਤਾਂ ਮੀਡੀਆ ਨੂੰ ਵਰਤਿਆ ਜਾਊਗਾ ਇਸ ਪਲੈਨਿੰਗ ਦੇ ਵਿੱਚ ਕਿ ਐਜੀਟੇਸ਼ਨ ਬਦਨਾਮ ਕਿਵੇਂ ਕਰਨੀ ਹੈ। ਤੁਸੀਂ ਦੇਖੋ ਕਿ JNU ਨੂੰ ਅਸੀਂ ਮੋਸਟ ਪ੍ਰੈਸਟੀਜੀਅਸ ਯੂਨੀਵਰਸਿਟੀ ਮੰਨਦੇ ਹਾਂ ਮੁਲਕ ਦੀ, ਜਿਹੜੇ ਐਡੇ ਬ੍ਰੇਨਸ ਪੈਦਾ ਕਰਕੇ ਦਿੰਦੀ ਹੈ, ਉਹਨੂੰ ਅਰਬਨ ਨਕਸਲਾਈਟ ਦੱਸਿਆ ਜਾਂਦਾ ਹੈ। ਅਸੀਂ ਬਿਹਾਰ ਦੇ ਲੋਕ ਜਦੋਂ ਉੱਠ ਖੜਦੇ ਉਦੋਂ ਉਹਨਾਂ ਨੂੰ ਇਸ ਸਰਕਾਰ ਵੱਲੋਂ ਨਕਸਲਾਈਟ ਦੱਸਿਆ ਜਾਂਦਾ ਹੈ। ਜਦੋਂ J&K ਦੇ ਲੋਕ ਪ੍ਰੋਟੈਸਟ ਕਰਦੇ ਆ ਕਸ਼ਮੀਰ ਦੇ, ਇੱਕ ਪਾਸੇ ਤਾਂ ਕਹਿੰਦੇ ਹੋ ਵੀ ਤੁਸੀਂ ਉਸੇ ਮੁਲਕ ਦੇ ਵਸਿੰਦੇ ਹੋ, ਜੰਮੂ ਕਸ਼ਮੀਰ ਸਾਡੇ ਤੋਂ ਵੱਖ ਨਹੀਂ ਹੈਗਾ, ਸਾਡੇ ਮੁਲਕ ਦਾ ਹੀ ਹਿੱਸਾ ਹੈ। ਦੂਜੇ ਪਾਸੇ ਉਹਨਾਂ ਨੂੰ ਡੱਕ ਕੇ ਵੀ ਰੱਖਦੇ ਹੋ ਤੇ ਅੱਤਵਾਦੀ ਵੀ ਦੱਸਦੇ ਹੋ। ਪੰਜਾਬ ਹਰਿਆਣਾ ਜਦੋਂ ਹੁਣ ਤੁਰਿਆ, ਕਿਸਾਨ ਤੁਰਿਆ, ਇਹ ਗੱਲ ਹਮੇਸ਼ਾ ਮੈਂ ਵਾਰ-ਵਾਰ ਇਹ ਰਿਪੋਰਟਿੰਗ 'ਚ ਵੀ ਦਰਜ ਕਰਦਾ ਵੀ ਇਹ ਕੋਈ ਪੰਜਾਬੀ ਨਹੀਂ ਤੁਰਿਆ, ਇਹ ਕੋਈ ਹਰਿਆਣਵੀ ਨਹੀਂ ਤੁਰਿਆ, ਇਹ ਕਿਸਾਨ ਤੁਰਿਆ, ਚਾਹੇ ਉਹ ਕਿਤੋਂ ਦਾ ਵੀ ਹੈ, ਔਰ ਕਿਸਾਨ ਦੇ ਨਾਲ ਹਰ ਵਰਗ ਤੁਰਿਆ ਹੈ। ਇਹ ਐਜੀਟੇਸ਼ਨ ਕੱਲੇ ਜ਼ਿਮੀਂਦਾਰ ਦਾ ਨਹੀਂ ਹੈ, ਇਹ ਹਰ ਵਰਗ ਦਾ ਹੈ। ਤੁਹਾਡੀ ਤੇ ਮੇਰੀ ਰੋਟੀ ਵੀ ਬੰਦ ਹੈ ਜੇ ਕਿਸਾਨ ਨਹੀਂ ਰਹੂਗਾ ਤਾਂ, ਇਹ ਯਾਦ ਰੱਖੀਏ ਆਪਾਂ। ਆ ਜਿਹੜੇ ਮਾਈਕ ਆਪਾਂ ਹੱਥ 'ਚ ਫੜੇ ਆ, ਕਿਸੇ ਕੰਮ ਦੇ ਨਹੀਂ ਰਹਿ ਜਾਣੇ। ਤਾਂ ਜਿਹੜਾ ਤੁਸੀਂ ਸੰਨ ਦੀ ਗੱਲ ਕਰ ਰਹੇ ਸੀ, ਪਹਿਲਾ ਹੈ ਕਿ ਮੀਡੀਆ ਨੂੰ ਵਰਤਿਆ ਜਾਂਦਾ ਹੈ। ਜਿਵੇਂ ਹੁਣ ਤੁਸੀਂ ਦੇਖਿਆ ਕਿ ਗੁੱਸਾ ਗੋਦੀ ਮੀਡੀਆ ਦੇ ਨਾਂ ਤੇ ਨੌਜਵਾਨਾਂ ਨੂੰ ਗੁੱਸਾ ਆ ਰਿਹਾ ਵੀ ਇਹ ਗਲਤ ਹੈ ਕਿ ਮੀਡੀਆ ਆ ਰਿਹਾ ਹੈ। ਹਾਲਾਂਕਿ ਮਾਫੀ ਮੰਗਣੀ ਪਈ ਆ, ਇਹ ਵੀ ਕਿਹਾ ਗਿਆ ਕਿ ਮੀਡੀਆ ਨੂੰ ਆਉਣ ਦਿਓ ਔਰ ਆਪਦੀ ਗੱਲ ਰੱਖੋ, ਉਹਨਾਂ ਨੂੰ ਭਜਾਓ ਨਾ। ਮੈਂ ਵੀ ਸਹਿਮਤ ਹਾਂ, ਅਸੀਂ ਵੀ ਮੀਡੀਆ ਵਾਲੇ ਹਾਂ। ਮੈਂ ਨਹੀਂ ਚਾਹੁੰਦਾ ਕਿ ਕਿਸੇ ਨੂੰ ਇੱਥੋਂ ਬੇਇੱਜ਼ਤ ਕਰਕੇ ਭਜਾਇਆ ਜਾਵੇ, ਉਹ ਜੌਬ ਕਰਦੇ ਆ। ਪਰ ਸੰਨ ਲਾਉਂਦੀ ਹੈ ਸਰਕਾਰ, ਮੀਡੀਆ ਪਹਿਲਾ ਜਿਹੜਾ ਹਥਿਆਰ ਹੈ ਖਾਸ ਤੌਰ ਤੇ ਇਸ ਸਰਕਾਰ ਦਾ, ਉਹ ਮੀਡੀਆ ਹੈ। ਮੀਡੀਆ ਦੇ ਰਾਹੀਂ ਸੰਨ ਲੱਗਦਾ ਹੈ। ਦੂਸਰਾ ਹੁੰਦਾ ਕਿ ਬੌਧਿਕ ਤੌਰ ਤੇ ਸੰਨ ਕਿਵੇਂ ਲਾਣਾ ਹੈ, ਜਥੇਬੰਦੀਆਂ ਨੂੰ ਲੜਾਉਣ ਦੀ ਕੋਸ਼ਿਸ਼ ਰਹਿੰਦੀ ਹੈ। ਹੁਣ ਨਵੀਂ ਗੱਲ ਆਈ ਹੈ ਜਿਵੇਂ ਕਿ ਹਰਿਆਣਾ ਤੇ ਰਾਜਸਥਾਨ ਦੀਆਂ ਜਥੇਬੰਦੀਆਂ ਨਾਰਾਜ਼ ਨੇ, ਉਹ ਹੈ ਨਹੀਂ ਐਕਚੁਅਲੀ। ਦੇਖੋ ਨਾਰਾਜ਼ਗੀ ਕਾਹਦੀ ਹੁੰਦੀ ਹੈ, ਆਪਦੀ ਗੱਲ ਰੱਖਣਾ ਤਾਂ ਨਹੀਂ ਨਾਰਾਜ਼ਗੀ, ਲੇਕਿਨ ਆਮ ਆਵਾਮ ਦੇ ਵਿੱਚ ਇਹ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਪੰਜਾਬ ਵਾਲਿਆਂ ਨੇ ਤਾਂ ਇਕੱਲਾ ਆਪਦੀ ਜਥੇਬੰਦੀਆਂ ਤਿਆਰ ਕਰ ਲਈਆਂ, ਬਾਕੀਆਂ ਨੂੰ ਨਾਲ ਨਹੀਂ ਤੋੜਿਆ। ਤੇ ਪੰਜਾਬ ਵਾਲੇ ਕਿਹੜਾ ਅੜ ਕੇ ਬਹਿ ਗਏ ਵੀ ਨਹੀਂ ਅਸੀਂ ਕਿਸੇ ਨੂੰ ਆਉਣ ਹੀ ਨਹੀਂ ਦੇਣਾ। ਐਵੋਲਿਊਸ਼ਨ ਹੁੰਦੀ ਹੈ, ਸੰਘਰਸ਼ਾਂ ਦੀ ਐਵੋਲਿਊਸ਼ਨ ਹੈ। ਜੇ ਅੱਜ ਪੰਜਾਬ ਵਾਲਿਆਂ ਨੇ ਐਲਾਨ ਕੀਤਾ, ਕੱਲ ਨੂੰ ਉਹ ਦੁਬਾਰਾ ਮਿਲ ਕੇ ਦੂਜਾ ਐਲਾਨ ਕਰ ਦੇਣਗੇ। ਤਾਂ ਦੂਜੇ ਪਾਸੇ ਇਹ ਹੈ, ਪਹਿਲਾ ਮੀਡੀਆ, ਦੂਜਾ ਇਹ ਸੀ ਕਿ ਬੌਧਿਕ ਤੌਰ ਦੇ ਉੱਤੇ ਸਰਕਾਰ ਮਾਰਨ ਦੀ ਕੋਸ਼ਿਸ਼ ਕਰਦੀ ਹੈ ਕਿ ਜਥੇਬੰਦੀਆਂ ਨੂੰ ਪਾੜ ਦਿਓ। ਇਹ ਕਿੰਨੇ ਸਾਲਾਂ ਤੋਂ, ਜਦੋਂ ਤੋਂ ਪੰਜਾਬੀ ਸੂਬਾ ਬਣਿਆ, ਹਰਿਆਣੇ ਤੇ ਪੰਜਾਬ ਨੂੰ ਲੜਾਉਂਦੇ ਆਏ ਕਿ ਹਰਿਆਣਾ ਪੰਜਾਬ ਲੜਾਈ ਕਰ ਦਿਓ, ਪਾੜ ਪਾ ਦਿਓ। ਫਿਰ ਇਹਨਾਂ ਨੇ ਪਾਣੀਆਂ ਦੇ ਨਾਂ ਤੇ, ਕੱਲ ਮੁੰਡੇ ਇੱਥੇ ਕਹੀ ਜਾਂਦੇ ਸੀ ਵੀ ਜੇ ਹਰਿਆਣਾ ਸਾਡੇ ਨਾਲ ਐਂ ਤੁਰੂਗਾ ਨਾ, ਅਸੀਂ ਆਪਦਾ ਪਾਣੀ ਵੀ ਦੇ ਦਾਂਗੇ ਯਾਰ ਇਹਨਾਂ ਨੂੰ, ਅਸੀਂ ਆਪ ਚਾਹੇ ਸੋਕੇ 'ਚ ਹੋ ਜਾਾਂਗੇ, ਅਸੀਂ ਪਾਣੀ ਵੀ ਦੇ ਦਿਆਂਗੇ ਜੇ ਐਂ ਪਿਆਰ ਕਰਾਂਗੇ ਤਾਂ। ਇਹ ਐਕਚੁਅਲ ਬਸ਼ਿੰਦਿਆਂ 'ਚ ਪਿਆਰ ਹੈ ਥੱਲੜੇ ਲੈਵਲ ਦੇ ਉੱਤੇ। ਸਰਕਾਰਾਂ ਪਾੜਦੀਆਂ, ਅੰਗਰੇਜ਼ ਦੇ ਗਏ ਸੀ, ਇਹਨਾਂ ਨੇ ਉਹੀ ਆਪਦੇ ਅੰਦਰ ਰੱਖ ਲਿਆ ਤੇ ਉਹ ਬਾਹਰ ਨਹੀਂ ਹੋਇਆ। ਤੀਜਾ ਜਿਹੜੀ ਤੁਸੀਂ ਕਹਿ ਰਹੇ ਹੋ, ਜਿਹੜਾ ਚੀਪ ਟੈਕਟਿਕ ਹੁੰਦਾ, ਉਹ ਹੁੰਦਾ ਕਿ ਦਸਤਾਰਾਂ ਜਿਹੋ ਜੀ ਰੰਗਤ ਹੁੰਦੀ ਹੈ ਨਾ, ਉਹੋ ਜਿਹੇ ਬੰਦੇ ਵਾੜ ਦਿੰਦੇ ਵਿੱਚ। ਤਾਂ ਜੋ ਪਾਲਿਸੀ ਹੁੰਦੀ ਹੈ, ਉਸ ਪਾਲਿਸੀ ਦੇ ਅਗੇਂਸਟ ਉਹ ਬੰਦੇ ਜਾਂਦੇ ਆ। ਕਿ ਜਿਵੇਂ ਮੰਨ ਲਓ ਜੇ ਜਥੇਬੰਦੀਆਂ ਨੇ ਕਿਹਾ ਵੀ ਖਾਲਿਸਤਾਨ ਦਾ ਨਾਅਰਾ ਨਾ ਲਾਓ, ਹਾਲਾਂਕਿ ਉਹ ਵੱਖਰਾ ਵਿਸ਼ਾ ਵੀ ਖਾਲਿਸਤਾਨ ਦਾ ਨਾਅਰਾ ਲਾਉਣਾ ਕੋਈ ਗਲਤ ਨਹੀਂ ਹੈ, ਕਾਨੂੰਨਨ ਤੌਰ ਤੇ ਅਪਰਾਧ ਨਹੀਂ ਹੈ। ਲੇਕਿਨ ਜੇ ਜਥੇਬੰਦੀਆਂ ਦਾ ਫੈਸਲਾ ਹੈ, ਚਲੋ ਫੈਸਲੇ ਨੂੰ ਆਪਾਂ ਮੰਨਦੇ ਹਾਂ ਵੀ ਨਹੀਂ ਲਾਉਣਾ, ਤਾਂ ਫਿਰ ਜਦੋਂ ਗੱਲ ਸੁਣ ਲੈਂਦੀ ਤਾਂ ਫਿਰ ਬੰਦੇ ਪਾ ਦਿੱਤੇ ਜਾਂਦੇ ਜਿਹੜੇ ਜਾਣ ਕੇ ਉਹੀ ਕੰਮ ਕਰਦੇ ਆ ਜੋ ਨਹੀਂ ਕਰਨਾ ਹੁੰਦਾ। ਜਿਵੇਂ ਮੀਡੀਆ ਨੂੰ ਅੱਜ ਦੁਪਹਿਰੇ ਜਥੇਬੰਦੀਆਂ ਨੇ ਕਿਹਾ ਵੀ ਆਪਾਂ ਮੀਡੀਆ ਨੂੰ ਭਜਾਉਣਾ ਨਹੀਂ ਹੈ, ਪਰ ਥੋੜੀ ਦੇਰ ਬਾਅਦ ਉਹ ਰਿਪੀਟ ਹੋ ਗਿਆ, ਮੁੰਡਿਆਂ ਨੇ ਭਜਾਇਆ। ਤਾਂ ਜਦੋਂ ਜਥੇਬੰਦੀਆਂ ਕਹਿ ਰਹੀਆਂ, ਉਹ ਕੌਣ ਲੋਕ ਹੈ ਆਇਡੈਂਟੀਫਾਈ ਕਰਨੇ ਚਾਹੀਦੇ ਜਿਹੜੇ ਉਹ ਕੰਮ ਕਰ ਰਹੇ, ਜਿਹੜਾ ਮਨਾ ਕਰ ਰਹੀਆਂ ਜਥੇਬੰਦੀਆਂ। ਤਾਂ ਹੁੰਦਾ ਕਿ ਉਹ ਸਾਡੇ ਵਿੱਚੋਂ ਹੀ ਬੰਦੇ ਪੈਦਾ ਕੀਤੇ ਜਾਂਦੇ ਆ। ਜਿਵੇਂ ਤੁਸੀਂ ਦੇਖੋ, ਜਿਹੜਾ ਹਥਿਆਰਬੰਦ ਐਜੀਟੇਸ਼ਨ 80 ਤੇ 90 ਦੇ ਦਹਾਕੇ ਦਾ ਰਿਹਾ, ਖਾੜਕੂਆਂ ਦੇ ਵਿੱਚ ਉਹ ਬੰਦੇ ਸਰਕਾਰਾਂ ਨੇ ਪਾਤੇ ਜਿਨ੍ਹਾਂ ਨੇ ਲਹਿਰ ਨੂੰ ਬਦਨਾਮ ਕਰਤਾ, ਜਿਨ੍ਹਾਂ ਨੇ ਕੱਢ ਕੇ ਬਾਕੀ ਕੌਮਾਂ ਦੇ ਬੰਦੇ ਮਾਰਤੇ,
ਜਿਨ੍ਹਾਂ ਨੇ ਲੁੱਟਣਾ ਖੋਣਾ ਸ਼ੁਰੂ ਕਰਤਾ ਤੇ ਫਿਰ ਲੋਕਾਂ 'ਚ ਇੱਕ ਜਰਨਲ ਪਰਸੈਪਸ਼ਨ ਬਣ ਗਈ ਵੀ ਖਾੜਕੂ ਇਹੋ ਜਿਹੇ ਹੈ, ਜਦ ਕਿ ਜਿਹੜੇ ਅਸਲ ਬੰਦੇ ਸੀਗੇ ਉਹਨਾਂ ਨੇ ਕਦੇ ਕੋਈ ਇਹੋ ਜਿਹੀ ਗਲਤ ਕੰਮ ਨਹੀਂ ਕੀਤਾ ਸੀ, ਉਹ ਐਜੀਟੇਸ਼ਨ 'ਚ ਸੀਗੇ, ਉਹਨਾਂ ਦਾ ਟੀਚਾ ਕੁਝ ਹੋਰ ਸੀ। ਸਿਮਿਲਰਲੀ ਇੱਥੇ ਬੰਦੇ ਪਛਾਣਨੇ ਪੈਣਗੇ ਔਰ ਸਾਨੂੰ ਸਾਰਿਆਂ ਨੂੰ, ਮੁੰਡਿਆਂ ਨੂੰ ਮੈਂ ਖਾਸ ਤੌਰ ਤੇ ਕਹੂੰਗਾ ਕਿ ਤੁਸੀਂ ਅਵੇਅਰ ਰਹੋ, ਜਿਹੜਾ ਲਾਈ ਲੱਗ ਨਾ ਬਣੋ। ਇਹ ਨਹੀਂ ਹੈ ਵੀ ਇੱਕ ਨੇ ਨਾਰਾ ਕੋਈ ਚੱਕਤਾ ਤੇ ਮਗਰ ਤੁਸੀਂ ਦੱਬ ਦਿਓ ਕੰਮ ਨੂੰ। ਤੁਸੀਂ ਆਪਦਾ ਦਿਮਾਗ ਲਾ ਕੇ ਸੋਚੋ ਵੀ ਕਿਤੇ ਇਹ ਬੰਦਾ ਕੋਈ ਉਹ ਤਾਂ ਨਹੀਂ, ਉਹਨੂੰ ਪੁੱਛੋ, ਸਵਾਲ ਕਰੋ ਪਿਆਰ ਨਾਲ ਵੀ ਬਾਈ ਤੂੰ ਕਿੱਥੋਂ ਆਇਆ। ਮਾਰਨਾ ਕੁੱਟਣਾ ਨਹੀਂ ਹੈ ਕਿਸੇ ਨੂੰ। ਜੇ ਫੜੇ ਵੀ ਗਿਆ ਕੋਈ, ਕੱਲ ਅਸੀਂ ਬੰਦੇ ਉੱਥੇ ਫੜੇ ਗਏ ਜਿਨ੍ਹਾਂ ਨੇ ਪਰਨੇ ਬੰਨੇ ਸੀਗੇ, ਖੱਟੇ ਪਰਨੇ ਸੀਗੇ, ਪਰ ਉਹ ਬੰਦੇ ਬਾਹਰ ਦੇ ਸੀਗੇ, ਭੱਜ ਗਏ ਉਹ ਕੱਲ ਰਾਤ ਨੂੰ ਇੱਥੇ ਹੀ ਫੜੇ। ਤਾਂ ਉਹ ਕੀ ਸੀਗਾ, ਮਾਰਨਾ ਕੁੱਟਣਾ। ਉਹਨਾਂ ਨੂੰ ਪਿਆਰ ਨਾਲ ਪੁੱਛੋ ਵੀ ਤੂੰ ਕੌਣ ਹੈ, ਕਿਹੜਾ ਪਿੰਡ ਹੈ ਤੇਰਾ। ਜਦੋਂ ਇਹ ਨਾਰਾ ਲਾਉਣ ਤੋਂ ਇਨਕਾਰ ਕੀਤਾ, ਜਥੇਬੰਦੀਆਂ ਨੇ ਮਨਾ ਕੀਤਾ, ਤਾਂ ਤੂੰ ਐਜੀਟੇਸ਼ਨ 'ਚ ਆਇਆ, ਤੂੰ ਕਿਉਂ ਇਸ ਤਰ੍ਹਾਂ ਕਰ ਰਿਹਾ। ਜਦੋਂ ਤੁਸੀਂ ਸਵਾਲ ਕਰੋਗੇ ਫਿਰ ਉਹ ਏਜੰਸੀਆਂ ਵਾਲੇ ਬੰਦੇ ਰਿਪੋਰਟ ਵੀ ਬੜੀ ਛੇਤੀ ਦਿੰਦੇ ਆ ਵੀ ਭਾਈ ਇਹ ਅਵੇਅਰ ਕੌਮ ਹੈ, ਇਹ ਅਵੇਅਰ ਕਿਸਾਨ ਹੈ। ਇਹ ਜਿਹਨੂੰ ਕਹਿ ਦਿੰਦੇ ਸੀ ਨਾ ਮੂੜ ਮੱਤ, ਜਿਵੇਂ ਕੱਲ ਇੱਕ ਜਿਵੇਂ ਬਰਖਾ ਦੱਤ ਨੇ ਦੀਪ ਸਿੱਧੂ ਦੀ ਇੰਟਰਵਿਊ ਕੀਤੀ ਤੇ ਉਹਨੂੰ ਕਹਿੰਦੀ ਕਿ ਤੁਸੀਂ ਅੰਗਰੇਜ਼ੀ ਵੀ ਬੋਲਦੇ ਹੋ ਕਿਸਾਨ। ਤਾਂ ਕਿੱਡੀ ਕਮਾਲ ਦੀ ਗੱਲ ਹੈ। ਕੱਲਾ ਕੱਲਾ ਬੱਚਾ ਸਾਡਾ, ਅਸੀਂ ਕੈਨੇਡਾ ਉੱਥੇ ਪਹੁੰਚ ਗਿਆ, ਸਾਰਾ ਪੰਜਾਬ ਆਈਲੈਟਸਾਂ ਕਰ ਕਰਕੇ ਅੰਗਰੇਜ਼ੀ ਦਾ ਅਸੀਂ ਬੈਂਡ ਦੱਸੋ ਕਿੰਨੇ ਲਿਆਉਣੇ ਆ ਤੁਸੀਂ, ਹੈਂ 9 ਤੋਂ ਵੱਧ ਵੀ ਹੁੰਦੇ ਉਹ ਵੀ ਟਪਾ ਦਿੰਦੇ ਤਾਂ ਉੱਥੇ। ਤਾਂ ਇਹ ਕੀ ਗੱਲ ਹੋਈ, ਇਹ ਸਟੀਰੀਓਟਾਈਪਿੰਗ ਹੋ ਗਈ ਵੀ ਤੁਸੀਂ ਅੰਗਰੇਜ਼ੀ ਵੀ ਬੋਲਦੇ ਹੋ। ਮਤਲਬ ਇਹ ਕੀ ਗੱਲ ਹੋਈ, ਐਡੀ ਵੱਡੀ ਤੂੰ ਪੱਤਰਕਾਰ ਹੈ ਦੇਸ਼ ਦੀ ਤੇ ਤੂੰ ਇਹ ਕਹਿ ਰਹੀ ਆ ਵੀ ਜ਼ਿਮੀਂਦਾਰਾਂ ਦੇ ਪੁੱਤ ਅੰਗਰੇਜ਼ੀ ਵੀ ਬੋਲਦੇ ਆ। ਅਸੀਂ ਚੰਗੇ ਸਕੂਲਾਂ ਦੇ ਪੜ੍ਹੇ ਹਾਂ, ਅਸੀਂ ਸਾਰੇ ਐਜੂਕੇਟਡ ਹਾਂ। ਤੁਸੀਂ ਆ ਕੇ ਕੱਲਾ ਮੁੰਡਾ ਮੋਦੀ ਨੂੰ ਲਿਆ ਦਿਓ, ਡੈਮੋਕ੍ਰੇਸੀ ਸਮਝਾ ਦੂਗਾ ਉਹਨੂੰ ਕੀ ਹੁੰਦਾ। ਤੇ ਆ ਜਿਹੜੇ ਕਾਨੂੰਨ ਜਦੋਂ ਇੱਥੇ ਗਏ ਸੀਗੇ ਆਪਣੇ ਸਾਰੇ, ਆਪਣੇ ਜਿਹੜੇ ਬਾਬੇ ਵੀ ਹੈ ਨਾ, ਇਹ ਜਿਹੜੇ ਆ ਕਿਸਾਨ ਪ੍ਰਧਾਨ ਨੇ ਆਪਣੇ, ਸਾਰੇ ਮਤਭੇਦ ਪਾਸੇ ਰੱਖੋ, ਇਹ ਬਹੁਤ ਸਿਆਣੇ ਨੇ ਔਰ ਇਸ ਵਾਰੀ ਇਹ ਐਕਚੁਅਲ 'ਚ ਬਹੁਤ ਵਧੀਆ ਰੋਲ ਪਲੇ ਕਰ ਰਹੇ ਆ। ਔਰ ਉੱਥੇ ਜਦੋਂ ਗਏ ਨਾ, ਇਹ ਜਦੋਂ ਪਹਿਲੀ ਮੀਟਿੰਗ ਲਈ ਸੱਦਿਆ, ਜਦੋਂ ਮਿਲੇ ਨਹੀਂ ਸੀ। ਆ ਪਿਛਲੀ ਮੀਟਿੰਗ 'ਚ ਤਾਂ ਮਿਨਿਸਟਰ ਮਿਲੇ, ਜਦੋਂ ਪਹਿਲੀ ਵਾਰੀ ਸੱਦਿਆ ਮਿਨਿਸਟਰ ਨਹੀਂ ਮਿਲੇ, ਉਹ ਬੈਠੇ, ਉਹਨਾਂ ਨੇ ਪੰਜਾਬੀ 'ਚ ਪਰਚੇ ਛਾਪ ਕੇ ਨਾ ਸਾਰੇ ਕਾਨੂੰਨਾਂ ਦੇ ਤੇ ਉਹ ਇਹਨਾਂ ਦੇ ਮੂਹਰੇ ਰੱਖਤੇ ਵੀ ਆ ਪਹਿਲਾਂ ਪੜ੍ਹ ਲਓ। ਤੇ ਰਾਜੇਵਾਲ ਸਾਹਿਬ ਨੇ ਉਹ ਐਂ ਚਲਾ ਕੇ ਮਾਰਿਆ, ਕਹਿੰਦੇ ਮੈਨੂੰ ਅੰਗਰੇਜ਼ੀ ਵੀ ਆਉਂਦੀ ਹੈ, ਮੈਂ ਪੜ੍ਹੇ ਹੋਏ ਆ, ਇਹ ਪੜ੍ਹ ਕੇ ਇੱਥੇ ਬੈਠਾ ਆ ਕੇ। ਇਹ ਕਾਨੂੰਨ ਅਸੀਂ ਬਣਾਉਣੇ ਆ, ਸਾਨੂੰ ਪੁੱਛ ਕੇ ਹੁਣ ਤਾਈਂ ਤੁਹਾਡੇ ਇਕਨੋਮਿਕ ਅਫੇਅਰਸ ਦੇ ਡਿਪਾਰਟਮੈਂਟ ਸਾਨੂੰ ਪੁੱਛ ਬਣਾਉਂਦੇ ਰਹੇ ਹੈ। ਤੇ ਤੁਸੀਂ ਇਸ ਭੁਲੇਖੇ 'ਚ ਨਾ ਰਹੋ ਵੀ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਅਸੀਂ ਆ ਜਿੰਨੇ ਮੁੰਡੇ ਆਪਣੇ ਨਾਲ ਖੜੇ ਆ ਕੱਲੇ ਨੂੰ ਤੁਸੀਂ। ਤਾਂ ਜਦੋਂ ਇਹੋ ਜਿਹੀ ਮਾਨਸਿਕਤਾ ਨਾਲ ਤੁਸੀਂ ਸਾਡੇ ਨਾਲ ਡੀਲ ਕਰੋਗੇ ਕਿ ਤੁਸੀਂ ਇਹ ਸੋਚੋ ਵੀ ਪੰਜਾਬ ਦਾ ਨੌਜਵਾਨ ਇੱਕ ਬੇਸਿਕ ਅੰਗਰੇਜ਼, ਤਾਂ ਉਦੋਂ ਇਹ ਕਲੀਅਰ ਹੁੰਦਾ ਕਿ ਕੇਂਦਰ ਦੀ ਜਰਨਲ ਪਰਸੈਪਸ਼ਨ, ਇੱਕ ਨੈਰੇਟਿਵ ਤੁਹਾਡੇ ਪ੍ਰਤੀ ਕੀ ਹੈ। ਜੀ, ਜੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਰਾਜਨੀਤੀ ਦੀ, ਲੋਕ ਚਿੱਟੀਆਂ ਵਾਲਿਆਂ ਤੋਂ ਵੀ ਅੱਕ ਗਏ, ਨੀਲੀਆਂ ਪੱਗਾਂ ਵਾਲਿਆਂ ਤੋਂ ਵੀ ਅੱਕ ਗਏ, ਟੋਪੀ ਵਾਲਿਆਂ ਤੋਂ ਵੀ ਅੱਕ ਗਏ। ਇਹਦੇ ਵਿੱਚੋਂ ਕੋਈ ਰਾਜਨੀਤਿਕ ਬਦਲ ਨਿਕਲੂਗਾ, ਨਿਕਲਣਾ ਚਾਹੀਦਾ? ਤੁਹਾਨੂੰ ਕੀ ਲੱਗਦਾ ਗਾ, ਜਿਵੇਂ ਅੰਨਾ ਹਜ਼ਾਰੇ ਮੂਵਮੈਂਟ ਤੋਂ ਆਮ ਆਦਮੀ ਪਾਰਟੀ ਨਿਕਲਣੀ ਸੀ, ਹੋਣਾ ਚਾਹੀਦਾ ਕਿ ਉਹ ਚੀਜ਼ ਬੜੀ ਜ਼ਿਆਦਾ ਖਤਰਨਾਕ ਹੋ ਜਾਂਦੀ ਹੈ? ਦੇਖੋ, ਇਹ ਤਾਂ ਆਮ ਲੋਕ ਡਿਸਾਈਡ ਕਰਨਗੇ ਕਿ ਇਹਦੇ 'ਚੋਂ, ਮੈਂ ਹਮੇਸ਼ਾ, ਮੇਰਾ ਵੀ ਇਹ ਸਵਾਲ ਹੁੰਦਾ ਕਿ ਇਸ ਸੰਘਰਸ਼ 'ਚੋਂ ਜਿਹੜਾ ਸਿਆਸੀ ਬਦਲਾਅ ਦਾ ਕੋਈ ਉਭਾਰ ਹੈਗਾ ਕਿ ਨਹੀਂ ਹੈਗਾ। ਬਦਲ ਦੀ ਆਵਾਜ਼ ਤਾਂ ਆ ਰਹੀ ਹੈ, ਇਸ 'ਚ ਕੋਈ ਦੋ ਰਾਏ ਨਹੀਂ। ਹਰੇਕ ਦੇ ਅੰਦਰ ਇੱਕ ਬਦਲ ਦੀ ਆਵਾਜ਼ ਹੈ। ਸਾਨੂੰ ਚੰਗੇ ਲੀਡਰਾਂ ਦੀ ਲੋੜ ਹੈ। ਅਸੀਂ ਉਹੀ ਜਿਹੜੇ ਕੜਮ ਪ੍ਰਧਾਨ ਹੈ ਉਹ ਰਿਪੀਟ ਕਰਦੇ ਆ ਰਹੇ ਇੰਨੇ ਸਾਲਾਂ ਤੋਂ। ਸਾਨੂੰ ਨੌਜਵਾਨ ਪੀੜ੍ਹੀ ਦੀ ਲੋੜ ਹੈ। ਪਾਰਟੀ ਕੋਈ ਵੀ ਹੋਵੇ, ਜੇ ਘੱਟੋ ਘੱਟ ਕੋਈ ਨਵੀਂ ਪਾਰਟੀ ਜਾਂ ਕੋਈ ਸੰਗਠਨ ਨਹੀਂ ਆਊਗਾ ਮੂਹਰੇ, ਤਾਂ ਐਟਲੀਸਟ ਇਹ ਸੰਘਰਸ਼ ਮੌਜੂਦਾ ਪਾਰਟੀਆਂ ਤੇ ਇਹ ਪ੍ਰੈਸ਼ਰ ਜ਼ਰੂਰ ਪਾਊਗਾ ਕਿ ਉਹ ਆਪਦੀ ਪਾਰਟੀ 'ਚ ਚੰਗੇ ਬੰਦਿਆਂ ਨੂੰ ਮੂਹਰੇ ਲਿਆਉਣ। ਜੇ ਨਵੀਂ ਪਾਰਟੀ ਨਹੀਂ ਆ ਸਕਦੀ ਤਾਂ ਘੱਟੋ ਘੱਟ ਸੇਮ ਪਾਰਟੀਆਂ 'ਚ ਪੁਰਾਣੇ ਬੰਦਿਆਂ ਨੂੰ ਹਟਾ ਕੇ ਨਵੇਂ ਬੰਦੇ ਤਾਂ ਮੂਹਰੇ ਲਿਆਓ ਨਾ। ਉਸ ਵਿਧਾਨ ਸਭਾ 'ਚ ਜਿੱਥੇ ਉਹੀ 5 ਬੰਦੇ ਬੋਲਦੇ ਆ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੈਂ ਵਿਧਾਨ ਸਭਾ ਇੰਨੇ ਸਾਲ ਹੋ ਗਏ ਕਵਰ ਕਰਦੇ, ਤੁਸੀਂ ਸ਼ਾਇਦ ਵਿਧਾਨ ਸਭਾ ਕਵਰ ਕੀਤੀ ਕਿ ਨਹੀਂ। ਪਾਰਟੀਆਂ ਦਾ ਇੱਕ ਫਿਕਸਡ ਏਜੰਡਾ ਹੈ, ਜਿਹੜੇ 2-3 ਲੀਡਰ ਨੇ ਉਹੀ ਬੋਲਣ ਦਿੱਤੇ ਜਾਂਦੇ ਆ। ਜਿਹੜਾ ਕੋਈ ਨਵਾਂ, ਮੈਨੂੰ ਇਹ ਦੱਸੋ, ਨਵਾਂ ਸ਼ਹਿਰ ਤੋਂ ਅੰਗਦ ਮੁੰਡਾ ਚੁਣ ਕੇ ਗਿਆ ਸੀਗਾ, ਕਿੰਨੇ ਵਾਰੀ ਵਿਧਾਨ ਸਭਾ 'ਚ ਬੋਲਦੇ ਦੇਖਿਆ ਤੁਸੀਂ? ਮੈਨੂੰ ਦੱਸੋ, ਦਵਿੰਦਰ ਘੁਬਾਇਆ ਕਿੰਨੇ ਵਾਰੀ ਵਿਧਾਨ ਸਭਾ 'ਚ ਬੋਲਿਆ? ਇੱਕ ਵੀ ਉਹਦੀ ਸਪੀਚ ਦਿਖਾਓ। ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਤੇ ਤੁਹਾਨੂੰ ਕਾਂਗਰਸ 'ਚੋਂ ਬਾਕੀ ਲੀਡਰ ਮਨਪ੍ਰੀਤ ਬਾਦਲ ਹੈ, ਅਕਾਲੀ ਦਲ 'ਚੋਂ ਸੁਖਬੀਰ ਬਾਦਲ, ਹੁਣ ਸੁਖਬੀਰ ਬਾਦਲ ਰਹੇ ਨਹੀਂ, ਉਹ MP ਬਣ ਗਏ। ਤਾਂ ਆਮ ਆਦਮੀ ਪਾਰਟੀ 'ਚੋਂ ਹਰਪਾਲ ਚੀਮਾ ਨੇ, ਬਾਕੀ ਤਾਂ ਜਿਹੜੇ ਨਵੇਂ ਮੁੰਡੇ ਚੁਣ ਕੇ ਗਏ ਹੈ, ਉਹ ਕੀ ਮਤਲਬ ਫੋੜੇ ਤੇ ਤੁਸੀਂ ਹਲਦੀ ਲਾਉਣ ਨੂੰ ਬਿਠਾਉਣੇ ਆ ਉੱਥੇ? ਉਹ ਕਾਹਦੇ ਵਾਸਤੇ ਗਏ ਆ ਉੱਥੇ? ਦਲਵੀਰ ਗੋਲਡੀ ਕਿਉਂ ਨਹੀਂ ਬੋਲਦਾ ਉੱਥੇ? ਇਹ ਕਿਉਂ ਨਹੀਂ ਸਵਾਲ ਕਿਉਂ ਨਹੀਂ ਹੁੰਦੇ? ਤਾਂ ਇਹ ਸਵਾਲ ਨੌਜਵਾਨਾਂ ਨੂੰ ਕਰਨੇ ਪੈਣਗੇ ਕਿ ਜੇ ਅਸੀਂ ਆਪਦਾ ਲੀਡਰ ਹਲਕੇ ਨੂੰ ਬੋਲਣਾ ਪਊਗਾ ਕਿ ਚੁਣ ਕੇ ਭੇਜਿਆ, ਤਾਂ ਸਾਨੂੰ ਇਹਦੀ ਨੁਮਾਇੰਦਗੀ ਚਾਹੀਦੀ ਆ ਉੱਥੇ। ਇਹ ਪਿੱਠੂ ਨਹੀਂ ਬਣਾਉਣੇ ਅਸੀਂ
ਕਿ ਹੁੰਦਾ ਕੀ ਹੈ ਕਿ ਕੋਈ ਬਿੱਲ ਆ ਗਿਆ, ਹਾਂ ਪੱਖ ਦੀ ਹਾਂ ਹੈ, ਨਾ ਪੱਖ ਦੀ ਨਾ ਹੈ, ਉਹ ਕਹਿੰਦੇ ਹਾਂ ਦੀ ਹਾਂ ਹੈ ਜੀ, ਚਲੋ ਬਿੱਲ ਪਾਸ ਹੋ ਗਿਆ। ਅਸੀਂ ਤਾਂ ਯਾਰ ਇਹੀ ਸੁਣੀ ਜਾਂਦੇ ਹਾਂ। ਮੈਂ ਤਾਂ ਪਿਛਲੇ 12 ਸਾਲਾਂ 'ਚ ਕਦੇ ਕਿਸੇ ਬਿੱਲ ਤੇ ਚੰਗੀ ਬਹਿਸ ਹੁੰਦੀ ਨਹੀਂ ਦੇਖੀ। ਇਹੀ ਕੇਂਦਰ ਨੇ ਕੀਤਾ ਵੀ ਕਰੋਨਾ ਦੀ ਮਹਾਮਾਰੀ ਦੇ ਵਿੱਚ ਚਲਦਿਆਂ ਚੱਕ ਕੇ ਲੈ ਆਉਂਦਾ। ਲੋਕ ਸਭਾ 'ਚ ਤਾਂ ਤੁਹਾਡੇ ਕੋਲੇ ਬਹੁਮਤ ਸੀਗਾ, ਰਾਜ ਸਭਾ 'ਚ ਕਿਵੇਂ ਪਾਸ ਕਰਾ ਗਏ ਤੁਸੀਂ? ਸਪੀਕਰ ਬੈਠਾ, ਕਿੰਨੀ ਯਾਰ ਡਿਕਟੇਟਰਸ਼ਿਪ ਹੈ ਕਿ ਉਹਨੇ ਕਹਿਤਾ ਹਾਂ ਪੱਖ ਦੀ ਹਾਂ, ਚਲੋ ਜੀ ਪਾਸ ਹੋ ਗਿਆ, ਲਾਗੂ ਹੋ ਜਾਣਾ, ਗਵਰਨਰ ਕੋਲੇ ਰਾਸ਼ਟਰਪਤੀ ਕੋਲੇ ਪਹੁੰਚ ਗਿਆ। ਜਿਹੜੇ ਆਪੋਜੀਸ਼ਨ ਵਾਲੇ ਉੱਥੇ ਐਮਪੀ ਸੀਗੇ ਉਹਨਾਂ ਦਾ ਓਪੀਨੀਅਨ ਤਾਂ ਲਓ ਘੱਟੋ ਘੱਟ। ਤੇ ਜੇ ਤੁਸੀਂ ਐਂ ਹੀ ਕਰਨਾ ਤਾਂ ਫਿਰ ਕੋਈ ਵੀ ਲਾਅ ਬਣਾ ਦਿਓਗੇ ਸਵੇਰੇ ਤੁਸੀਂ। ਤਾਂ ਇਹ ਬਹੁਤ ਜਿਹੜਾ ਕਹਿ ਲਓ ਕਿ ਦੇਖੋ ਪੋਲੀਟੀਕਲ ਉਭਾਰ ਹੋ ਸਕਦਾ ਔਰ ਇਹਦੇ 'ਚੋਂ ਲੇਕਿਨ ਇਹ ਟੂ ਅਰਲੀ ਹੈ, ਬਟ ਸ਼ੁਰੂਆਤ ਇਹੋ ਜਿਹੇ ਐਜੀਟੇਸ਼ਨਾਂ ਤੋਂ ਹੀ ਹੁੰਦੀ ਹੈ। ਜੀ ਆਪਾਂ ਇੱਕ ਗੱਲ ਹੋਰ ਇੱਥੇ ਕਰਦੇ ਹਾਂ, ਜਿਵੇਂ ਇਹ ਰੋਸ ਉੱਠਿਆਗਾ 3 ਕਾਲੇ ਕਾਨੂੰਨਾਂ ਨੂੰ ਲੈ ਕੇ, ਤੁਹਾਨੂੰ ਲੱਗਦਾ ਇੱਥੋਂ ਤੱਕ ਗੱਲ ਸੀਮਿਤ ਰਹਿਣੀ ਚਾਹੀਦੀ ਹੈ ਕਿ ਸਵਾਮੀਨਾਥਨ ਦਾ ਜਾਂ ਹੋਰ ਜਿਹੜੀਆਂ ਮੰਗਾਂ ਗੀਆਂ ਕਿਸਾਨਾਂ ਦੀਆਂ ਜਾਂ ਸਟੇਟ ਦੀਆਂ, ਪੰਜਾਬ ਹਰਿਆਣੇ ਦੀਆਂ ਹੋਰ ਮੰਗਾਂ, ਉੱਥੋਂ ਤੱਕ ਵੀ ਜਾਣਾ ਚਾਹੀਦਾ? 3 ਕਾਲੇ ਕਾਨੂੰਨਾਂ ਤੱਕ ਨਹੀਂ ਹੈ ਜੀ। ਬਿਜਲੀ ਸੋਧ ਐਕਟ 2020 ਵੀ ਇਹਦੇ 'ਚ ਕਿਸਾਨਾਂ ਦੀ ਡਿਮਾਂਡ ਹੈ ਵੀ ਉਹ ਵੀ ਰੱਦ ਕੀਤਾ ਜਾਵੇ। ਪਰਾਲੀ ਨੂੰ ਲੈ ਕੇ ਕਾਨੂੰਨ ਲੈ ਕੇ ਆਏ ਆ, 1 ਕਰੋੜ ਰੁਪਏ ਦਾ ਜਿਹੜਾ ਜੁਰਮਾਨਾ ਲਾਇਆ ਗਿਆ। ਕਰੋੜ ਰੁਪਈਆ ਹਾਸਾ ਆਉਂਦਾ ਯਾਰ, ਕਰੋੜ ਰੁਪਈਏ ਦਾ ਜੁਰਮਾਨਾ ਹੈ। ਕਰੋੜ ਰੁਪਈਏ ਦਾ 2-2 ਲੱਖ ਨੂੰ ਤਾਂ ਸਾਡੇ ਬੰਦੇ ਯਾਰ ਫਾਹਾ ਲੈ ਗਏ ਵਿਚਾਰੇ, ਜਿਨ੍ਹਾਂ ਤੋਂ ਕਰਜ਼ਾ ਨਹੀਂ ਮੁੜਿਆ। ਫਿਰ ਤੁਸੀਂ ਵਿੱਚ ਹੁਣ ਸ਼ਬਦਾਂ ਦੀ ਹੇਰ-ਫੇਰ ਕਰਨ ਲੱਗੇ ਕਾਨੂੰਨ 'ਚ, ਲੋਨ ਦੀ ਥਾਂ ਕ੍ਰੈਡਿਟ ਲਿਖਤਾ ਵੀ ਇਹਨਾਂ ਨੂੰ ਸਮਝ ਨਾ ਪਵੇ। ਤੁਸੀਂ ਫਸਾ ਲਿਆ ਸਾਨੂੰ। ਔਰ ਹੁਣ ਤੁਸੀਂ ਉਸੇ ਕਾਨੂੰਨ, ਦੂਜੀ ਗੱਲ ਸੀ ਸਵਾਮੀਨਾਥਨ ਦੀ ਰਿਪੋਰਟ ਦੇ ਵਿੱਚ ਉਹ ਲਾਗੂ ਕਰਨ ਦੀ ਡਿਮਾਂਡ ਹੈ। MSP ਨੂੰ ਲੈ ਕੇ ਬੜੀ ਵੱਡੀ ਇਹ ਡਿਮਾਂਡ ਹੈ ਕਿ MSP ਨਾ ਸਿਰਫ ਇਹ ਨਹੀਂ ਹੈ ਕਿ MSP ਕਾਨੂੰਨ ਬਣਾਓ, ਇਹ ਸ਼ੋਰਟੀ ਹੋਵੇ ਕਿ MSP ਤੋਂ ਥੱਲੇ ਜੇ ਕੋਈ ਖਰੀਦਦਾ ਹੈ ਤਾਂ ਉਹਦੇ ਉੱਤੇ ਪਰਚਾ ਦਰਜ ਕੀਤਾ ਜਾਵੇ। ਇਹ ਬੜਾ ਵੱਡਾ ਸਵਾਲ ਹੈ। ਜਿਵੇਂ ਪੰਜਾਬ ਦੀ ਸਰਕਾਰ ਕਾਨੂੰਨ ਲੈ ਕੇ ਆਈ ਤਾਂ ਇਹ ਹੁਣ ਤੁਸੀਂ ਇਹ ਦੇਖੋ ਵੀ ਮੱਕੀ ਦੀ MSP 1840 ਰੁਪਏ ਹੈ, ਗੜ੍ਹ ਸ਼ੰਕਰ 'ਚ ਮੱਕੀ 650 ਨੂੰ ਵਿਕੀ ਜਾਂਦੀ ਹੈ, 500 ਦਾ ਤਾਂ ਬੀ ਪੈ ਜਾਂਦਾ ਕਿੱਲੇ ਮਗਰ। ਤੇ 150 ਰੁਪਈਆ 3 ਮਹੀਨੇ ਉਹਨੇ ਮਿਹਨਤ ਕੀਤੀ ਜ਼ਿਮੀਂਦਾਰ ਨੇ, ਉਹ ਮਰਿਆ ਜਾ ਕੇ, ਉਹਨੇ ਪੈਟਰੋਲ ਬਾਲਿਆ, ਡੀਜ਼ਲ ਬਾਲਿਆ, ਉਹ ਕਦੇ ਗੱਡੇ ਵਿਚਾਰੇ ਆਪਦਾ ਹੱਕਦਾ ਫਿਰਦਾ, ਤੇ ਤੁਸੀਂ 150 ਰੁਪਈਆ ਕੁਇੰਟਲ ਮਗਰ। ਤੇ ਬੇਬੀ ਕਾਰਨ ਰਿਲਾਇੰਸ ਦੇ ਉੱਥੇ ਉਹਦੇ ਤੇ ਕਿੰਨੇ ਦੀ ਮਿਲਦੀ ਹੈ? 450 ਰੁਪਏ ਦਾ ਪੈਕਟ ਹੈ ਜਿਹੜਾ ਆਪਾਂ ਪਾਸਤਿਆਂ ਦੇ ਵਿੱਚ ਪਾ ਕੇ ਖਾਈ ਜਾਂਦੇ ਆ। ਉਹ ਜਿਹੜਾ ਪੀਜ਼ਿਆਂ ਦੇ ਉੱਤੇ ਡੋਮੀਨੋਜ਼ ਦੇ ਪੀਜ਼ੇ ਤੇ ਐਡੀ ਲੱਗੀ ਪਈ ਹੁੰਦੀ ਹੈ, ਉਹ 800 ਦਾ ਕੰਟਰੀ ਪੀਜ਼ਾ ਵੇਚਦੇ ਆ ਤੇ ਉਹਦੇ ਤੇ 4 ਲੱਗੀਆਂ ਹੁੰਦੀਆਂ, ਤੇ ਉਹ ਕੁਇੰਟਲ 'ਚ ਕਿੰਨੀ ਵਿਕੀ ਆ? 600 ਰੁਪਏ ਦੀ। ਤੇ ਉੱਥੇ ਜਾ ਕੇ 800 ਦਾ ਪੀਜ਼ਾ ਖਾਂਦੇ ਆ ਜਿਹੜਾ ਉਹ 4 ਹੈ। ਤਾਂ ਜ਼ਿਮੀਂਦਾਰ ਕੀ ਕਰੂਗਾ? ਫਾਹਾ ਨਹੀਂ ਲਊਗਾ। ਤਾਂ ਇਹ ਬੜੇ ਕੁਐਸਚਨ ਨੇ। ਪੰਜਾਬ ਨੂੰ ਆਪਣੀਆਂ ਬਾਕੀ ਮੰਗਾਂ 'ਤੇ ਧਿਆਨ ਦੇਣਾ ਚਾਹੀਦਾ, ਲੇਕਿਨ ਇਸ ਐਜੀਟੇਸ਼ਨ ਨੂੰ ਨਿਰੋਲ ਕਿਸਾਨੀ ਤੇ ਹੀ ਸੀਮਤ ਰੱਖਣਾ ਚਾਹੀਦਾ। ਜਿੰਨਾ ਤੁਸੀਂ ਦਾਇਰਾ, ਠੀਕ ਹੈ, ਨੋ ਡਾਊਟ ਦੀਪ ਸਿੱਧੂ ਖੁਦ ਮੁਖਤਿਆਰੀ ਦੀ ਗੱਲ ਕਰਦਾ ਜਾਂ ਬਾਕੀ ਜਿਹੜੇ ਹੋਰ ਨੇ ਉਹ ਵੀ ਆਪਦੀਆਂ, ਲੇਕਿਨ ਜੇ ਤੁਸੀਂ ਕਿਸਾਨੀ ਨੂੰ ਲੈ ਕੇ ਐਜੀਟੇਸ਼ਨ ਕਰੇ, ਇਹਨੂੰ ਸਰ ਕਰ ਲਓ, ਇਹਨੂੰ ਜਿੱਤ ਲਓ, ਫਿਰ ਬਾਕੀ ਜਿਹੜੀਆਂ ਚੀਜ਼ਾਂ ਉਹਦੀ ਰੂਪਰੇਖਾ। ਲੇਕਿਨ ਆਹ 5 ਕਾਨੂੰਨ, 3 ਨਹੀਂ, 3 ਜਿਹੜੇ ਉਹ ਹੈ APMC ਦਾ ਜਾਂ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੋ ਗਿਆ, ਬਿਜਲੀ ਸੋਧ ਬਿੱਲ ਹੋ ਗਿਆ ਜਿਹੜਾ ਪਰਾਲੀ ਵਾਲਾ ਲੈ ਕੇ ਆਏ ਆ, ਇਹ 5 ਕਾਨੂੰਨ ਪਲੱਸ ਉਹਦੇ ਨਾਲ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਉਣਾ। ਔਰ ਇੱਕ ਸੀਗਾ ਕਿ ਜਿਹੜੇ ਕਿਸਾਨਾਂ ਤੇ ਪਰਚੇ ਦਰਜ ਹੋਏ ਆ ਨਜਾਇਜ਼, ਉਹ ਪਰਚੇ ਕੈਂਸਲ ਕੀਤੇ ਜਾਣ, ਚਾਹੇ ਉਹ ਕਿਸੇ ਵੀ ਸਰਕਾਰ ਨੇ ਕੀਤੇ। ਜੀ। ਜਾਂਦੇ ਜਾਂਦੇ ਮੈਂ ਇੱਕ ਹੋਰ ਸਵਾਲ ਲੈਣਾ ਚਾਹੂੰਗਾ। ਅਦਾਰਿਆਂ ਦੇ ਵਿੱਚ ਆਪਾਂ ਲੋਕ ਕੰਮ ਕਰਦੇ ਆ, ਅਦਾਰੇ ਦੇ ਵਿੱਚ ਕੰਮ ਕਰਨਾ ਕਿੰਨਾ ਖਤਰਨਾਕ ਆ ਇਹੋ ਜਿਹੇ ਅੰਦੋਲਨਾਂ ਦੇ ਵਿੱਚ, ਜਿੱਥੇ ਖਾਸ ਕਰਕੇ ਆਪਾਂ ਗੱਲ ਕਰਦੇ ਹਾਂ ਨੈਸ਼ਨਲ ਮੀਡੀਆ ਦੀ, ਗੋਦੀ ਮੀਡੀਆ ਦੀ ਗੱਲ ਹੁੰਦੀ ਹੈ। ਇੱਥੇ ਅਸੀਂ ਇੱਕ ਕੁੜੀ ਨੂੰ ਦੇਖ ਰਹੇ ਸੀਗੇ, ਪੱਤਰਕਾਰ ਸੀ, ਸਾਡੀ ਹੀ ਭੈਣ ਸੀ, ਪਰ ਉਹਨੂੰ ਜਿਹੜੇ ਹਿਸਾਬ ਨਾਲ ਟੌਰਚਰ ਕਰਿਆ ਗਿਆ ਜਾਂ ਕਿਵੇਂ ਉਹ ਵਿਚਾਰੀ ਰੋਣ ਲੱਗੀ, ਵੀ ਇਹ ਚੀਜ਼ ਤੋਂ ਕਿਵੇਂ ਨਾ ਕਿਵੇਂ ਗੁਰਹੇਜ ਤਾਂ ਹੋਣਾ ਹੀ ਚਾਹੀਦਾ। ਦੇਖੋ ਇਹਦੇ 'ਚ 2 ਪੱਖ ਨੇ। ਪਹਿਲਾ ਪੱਖ ਤਾਂ ਇਹ ਹੈ ਵੀ ਸਾਨੂੰ ਇਹ ਸਮਝਣਾ ਪਊਗਾ ਵੀ ਉਹ EMPLOYEES ਨੇ, ਉਹ ਆਪਦੀ ਡਿਊਟੀ ਕਰਨ ਆਏ ਆ, ਤਾਂ ਸਾਨੂੰ ਉਹਨਾਂ ਨਾਲ ਉਹੋ ਜਿਹਾ ਵਰਤਾਰਾ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਉਹਨਾਂ ਨੂੰ ਨੁਕਸਾਨ ਪਹੁੰਚੇ। ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਬਾਈਟ ਨਾ ਦਿਓ। ਜੇ ਤੁਹਾਨੂੰ ਲੱਗਦਾ ਵੀ ਇਹ ਮੀਡੀਆ ਸਹੀ ਨਹੀਂ ਹੈ ਤਾਂ ਤੁਸੀਂ ਉਹਨੂੰ ਅਵੋਇਡ ਕਰ ਦਿਓ, ਉਹਨੂੰ ਪਿਆਰ ਨਾਲ ਕਹਿ ਦਿਓ ਵੀ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ। ਇਸ ਤਰ੍ਹਾਂ ਦਾ ਵਰਤਾਰਾ, ਕਿਉਂਕਿ ਮਾਲਕ ਤਾਂ ਪਿੱਛੇ ਹੋਰ ਬੈਠੇ ਹੈ ਨਾ, ਜਿਹੜੇ ਘਰਾਨੇ ਉਹਨਾਂ ਤੋਂ ਕਰਾ ਰਹੇ ਉਹ ਹੋਰ ਬੈਠੇ ਹੈ, ਤਾਂ ਇਸ ਤਰ੍ਹਾਂ ਦਾ ਵਰਤਾਰਾ ਨਾ ਹੋਵੇ। ਦੂਜੀ ਗੱਲ ਇਹ ਵੀ ਹੈ, ਇਹਦਾ ਇੱਕ ਪੁਆਇੰਟ ਇਹ ਆਉਂਦਾ ਹੈ ਕਿ ਜਦੋਂ ਆਪਦੇ ਅਦਾਰੇ 'ਚ ਜਾ ਕੇ ਦੱਸਣਗੇ ਕਿ ਭਾਈ ਹੁਣ ਆਹ ਕੰਮ ਚੱਲਣਾ ਨਹੀਂ, ਉਹ ਆਪਦੇ ਅਦਾਰੇ ਨੂੰ ਦੱਸਣਗੇ ਵੀ ਭਾਈ ਹੁਣ ਅਸੀਂ ਸੜਕ ਤੇ ਜਾ ਕੇ ਸੇਫ ਨਹੀਂ ਹੈਗੇ, ਤੁਸੀਂ ਆਪਦੀ ਫੇਅਰ ਜਰਨਲਿਜ਼ਮ ਕਰੋਗੇ, ਲੋਕਾਂ 'ਚ ਵਿਸ਼ਵਾਸ ਜਾਗੂਗਾ ਤਾਂ ਅਸੀਂ ਨਿਕਲਾਂਗੇ, ਨਹੀਂ ਸਾਡਾ ਸੜਕ ਤੇ ਜਾਣਾ ਸੇਫ ਨਹੀਂ ਹੈ। ਕਿਉਂਕਿ ਤੁਸੀਂ ਗਲਤ ਦਿਖਾਉਣੇ ਪਏ ਹੋ। ਤੁਸੀਂ ਦੇਖੋ ਨਾ, ਇੱਕ ਚੈਨਲ ਨੇ ਦਿਖਾਇਆ ਵੀ ਇਹ ਤਾਂ ਖਾਲਿਸਤਾਨ ਮੂਵਮੈਂਟ ਹੈ, ਇੱਕ ਨੇ ਚਲਾਤਾ ਵੀ ਇਹ ਤਾਂ ਮੋਦੀ ਨੂੰ ਮਾਰਨ ਦੀਆਂ ਗੱਲਾਂ ਕਰਦੇ ਆ, ਫਲਾਨਾ ਢਿਮਕਾ ਹੈ।
ਤਾਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਜਿਸ ਏਜੰਡੇ ਦੇ ਤਹਿਤ ਤੁਸੀਂ ਬਿਹਾਰ ਨੂੰ ਨਕਸਲ ਕਹਿ ਦਿੰਦੇ ਹੋ, ਤੁਸੀਂ ਬਿਹਾਰ ਨੂੰ ਨਕਸਲ ਕਹਿ ਦਿੰਦੇ ਹੋ, ਤੁਸੀਂ JNU ਨੂੰ ਅਰਬਨ ਨਕਸਲ ਕਹਿ ਦਿੰਦੇ ਹੋ, ਜੇ ਪੰਜਾਬ ਉੱਠਿਆ ਤਾਂ ਤੁਸੀਂ ਖਾਲਿਸਤਾਨ ਕਹਿ ਦਿਓਗੇ। ਤਾਂ ਇਹ ਨਿਰੋਲ ਕਿਸਾਨੀ ਦੀ ਗੱਲ ਹੈ ਇੱਥੇ। ਤਾਂ ਉਹ ਕੀ ਕਰਦੇ ਆ, ਇੱਕ ਬਾਈਟ ਚੱਕਦੇ ਆ ਸਪੈਸ਼ਲ ਕਿਸੇ ਵੀ ਇੱਕ ਬੰਦੇ ਦੀ, ਬਾਕੀ ਕੁਝ ਨਹੀਂ ਦਿਖਾਉਣਗੇ, ਸਿਰਫ ਉਸ ਦੇ ਉੱਤੇ ਕੰਸੈਂਟਰੇਟ ਕਰਕੇ ਸਾਰੀ ਦਿਹਾੜੀ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਤਾਂ ਉਹ ਨੈਰੇਟਿਵ ਸੈੱਟ ਕਰਦੇ ਆ ਜਿਹੜਾ ਉਹਨਾਂ ਨੂੰ ਠੀਕ ਲੱਗਦਾ ਹੈ। ਅਦਾਰਿਆਂ ਨੂੰ ਇਹ ਸਮਝਣਾ ਪਊਗਾ ਕਿ ਜੇ ਤੁਸੀਂ ਘੱਟੋ ਘੱਟ ਪੰਜਾਬ ਗਲਤ ਮੀਡੀਆ ਨਹੀਂ ਬਰਦਾਸ਼ਤ ਕਰ ਰਿਹਾ, ਔਰ ਪੰਜਾਬ ਦੇ ਸੋਸ਼ਲ ਮੀਡੀਆ ਦੀ ਤਾਂ ਦਾਤ ਦੇਣੀ ਪਊ। ਜਿਵੇਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਹੋਰ ਬਹੁਤ ਸਾਰੇ ਪੱਤਰਕਾਰ ਨੇ, ਯਾਦਵਿੰਦਰ ਕਰਫਿਊ ਬਹੁਤ ਸੋਹਣਾ ਕੰਮ ਕਰ ਰਿਹਾ ਹੈ, ਬਾਕੀ ਜਿੰਨੇ ਚੈਨਲ ਨੇ, ਡੇਲੀ ਪੋਸਟ ਹੈ, ਜਗਬਾਣੀ ਹੈ, ਸਪੋਕਸਮੈਨ ਹੈ, ਪ੍ਰਾਈਮ ਏਸ਼ੀਆ ਹੈ, ਇਸ ਵਾਰ ਪੰਜਾਬ ਦੇ ਮੀਡੀਆ ਨੂੰ ਸਲੂਟ ਕਰਨਾ ਪਊਗਾ ਕਿ ਪੰਜਾਬ ਦਾ ਮੀਡੀਆ ਹਰੇਕ ਦੇ ਨਾਲ ਖੜਾ ਹੈ, ਕਿਸਾਨ ਦੇ ਨਾਲ ਖੜਾ, ਔਰ ਇਸ ਐਜੀਟੇਸ਼ਨ ਦੀ ਉਹ ਲੜਾਈ ਇਸ ਤਰ੍ਹਾਂ ਲੜ ਰਿਹਾ ਹੈ ਕਿ ਜਿਵੇਂ ਉਹਨਾਂ ਦੀ ਆਪਣੀ ਲੜਾਈ ਹੈ। ਜੇ ਕੋਈ ਸਾਨੂੰ ਇਹ ਕਹਿੰਦਾ ਵੀ ਤੁਸੀਂ ਬਾਇਸਡ ਹੋ, ਤੁਸੀਂ ਸਹੀ ਪੱਤਰਕਾਰੀ ਨਹੀਂ ਕਰ ਰਹੇ, ਸਾਨੂੰ ਇਹ ਕਹਾਉਣਾ ਮਨਜ਼ੂਰ ਹੈ, ਪਰ ਅਸੀਂ ਪੰਜਾਬ ਤੇ ਪੰਜਾਬ ਦੇ ਕਿਸਾਨ ਨਾਲ ਖੜਾਂਗੇ, ਕਿਉਂਕਿ ਇਹ ਗੱਲ ਸਾਡੀਆਂ ਆਪਦੀਆਂ ਵੱਟਾਂ ਦੀ ਹੈ ਤੇ ਅਸੀਂ ਆਪਦੀਆਂ ਵੱਟਾਂ ਤੇ ਬੇਗਾਨਾ ਪੈਰ ਧਰਨ ਨਹੀਂ ਦੇਣਾ। ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਥੈਂਕ ਯੂ ਜੀ। ਸੋ ਦੋਸਤੋ, ਇਹ ਸੀ ਸਿਮਰਨਜੋਤ ਸਿੰਘ ਮੱਕੜ, ਸੀਨੀਅਰ ਪੱਤਰਕਾਰ। ਅੱਗੇ ਵੀ ਅਸੀਂ ਇਸ ਕਿਸਾਨੀ ਮੁੱਦੇ ਦੇ ਨਾਲ ਬਣੇ ਰਹਾਂਗੇ, ਇੱਦਾਂ ਦੀਆਂ ਸ਼ਖਸੀਅਤਾਂ ਦੇ ਮੁਲਾਕਾਤ ਲੈ ਕੇ ਆਉਂਦੇ ਰਹਾਂਗੇ ਤੇ ਪੱਤਰਕਾਰਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਅੰਦੋਲਨ ਤੋਂ ਕੁਝ ਨਾ ਕੁਝ ਨਿਕਲੂਗਾ ਕਿ ਨਹੀਂ। ਧੰਨਵਾਦ ਜੀ।